हाँ जी, तो ਸਟੂਡੈਂਟ ਸਾਡਾ ਅੱਜ ਦਾ ਲੈਕਚਰ ਹੈਗਾ ਆ ਤੁਹਾਡਾ ਨੈਕਸਟ ਟੌਪਿਕ ਹੈਗਾ ਆ ਲਾਈਟਨਿੰਗ ਸਿਸਟਮ। ਠੀਕ ਹੈ ਕਿ ਲਾਈਟਨਿੰਗ ਸਿਸਟਮ ਦੇ ਵਿੱਚ ਕਿਹੜੇ-ਕਿਹੜੇ ਕੰਪੋਨੈਂਟ ਯੂਜ਼ ਹੁੰਦੇ ਆ, ਕਿਹੜੇ-ਕਿਹੜੇ ਪਾਰਟਸ ਹੁੰਦੇ ਆ ਇੱਕ ਲਾਈਟਨਿੰਗ ਸਿਸਟਮ ਦੇ ਵਿੱਚ, ਤੇ ਆਪਾਂ ਕਿਹੜੀ-ਕਿਹੜੀ ਤਰ੍ਹਾਂ ਦੀ ਹੈਡਲਾਈਟ ਯੂਜ਼ ਕਰਦੇ ਆ, ਕਿੰਨੀ ਤਰ੍ਹਾਂ ਦੇ ਬਲਬ ਯੂਜ਼ ਕਰਦੇ ਆ। ਸੋ ਇਹ ਸਾਰਾ ਕੁਛ ਅੱਜ ਆਪਾਂ ਪੜ੍ਹਾਂਗੇ ਅੱਜ ਦੇ ਲੈਕਚਰ ਦੇ ਵਿੱਚ। ਸੋ ਸਭ ਤੋਂ ਜਿਹੜਾ ਫਸਟ ਟੌਪਿਕ ਸਾਡਾ ਹੈਗਾ ਲਾਈਟਨਿੰਗ ਸਰਕਟ ਦਾ, ਉਹ ਹੈਗਾ ਹੈ ਕਿ ਹੈਡਲੈਂਪ। ਠੀਕ ਹੈ, ਸੋ ਸਭ ਤੋਂ ਮੇਨ ਜਿਹੜੀ ਚੀਜ਼ ਹੈਗੀ ਜੋ ਲਾਈਟਨਿੰਗ ਸਰਕਟ ਦੇ ਵਿੱਚ ਯੂਜ਼ ਆਪਾਂ ਕਰਦੇ ਹਾਂ, ਦੈਟ ਇਜ਼ ਹੈਡਲੈਂਪ। ਕੀ ਕਿਉਂ ਯੂਜ਼ ਕਰਦੇ ਆ ਹੈਡਲੈਂਪ? ਕਿਉਂਕਿ ਸਾਨੂੰ ਰੋਡ ਦੇ ਉੱਪਰ ਜਿਹੜੀ ਰੋਡ ਆ ਨਾਈਟ ਨੂੰ ਕਲੀਅਰ ਦਿਸ ਸਕੇ। ਠੀਕ ਹੈ, ਤੇ ਜਿਹੜੀ ਹੈਡਲਾਈਟ ਹੋਵੇ ਉਹਦੀ ਜਿਹੜੀ ਇੰਟੈਂਸਿਟੀ ਹੈਗੀ ਆ ਉਹ ਪ੍ਰੋਪਰ ਰੋਡ ਦੇ ਉੱਪਰ ਕਵਰ ਕਰੇ ਏਰੀਆ ਨੂੰ। ਠੀਕ ਹੈ, ਸੋ ਹੈਡਲਾਈਟ ਇੱਕ ਬਹੁਤ ਇੰਪੋਰਟੈਂਟ ਪਾਰਟ ਹੈਗਾ ਸਾਡੇ ਆਟੋਮੋਬਾਈਲ ਦਾ ਸੈਕਟਰ ਦਾ, ਵਹੀਕਲ ਦਾ। ਠੀਕ ਹੈ, ਸੋ ਜਿਹੜੀ ਹੈਡਲਾਈਟ ਹੋਣੀ ਚਾਹੀਦੀ ਹੈ, ਇੱਕ ਤਾਂ ਉਹ ਪ੍ਰੋਪਰ ਰੋਡ ਦੇ ਉੱਪਰ ਫੋਕਸ ਦੇ ਨਾਲ ਪੂਰੀ ਸਪਰੈਡ ਹੋਣੀ ਚਾਹੀਦੀ ਹੈ। ਠੀਕ ਹੈ, ਹੁਣ ਸਪਰੈਡ ਕਿਸ ਤਰ੍ਹਾਂ ਹੋਊਗੀ, ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ ਕੁਛ ਕੰਪੋਨੈਂਟਸ ਜਿਹੜੇ ਹੈਡਲਾਈਟ ਦੇ ਵਿੱਚ ਲੱਗੇ ਹੁੰਦੇ ਆ, ਲਾਈਕ ਰਿਫਲੈਕਟਰ, ਲੈਂਸ, ਪ੍ਰਿਜ਼ਮ ਐਂਡ ਬਲਬ। ਠੀਕ ਹੈ, ਸੋ ਮੇਨ ਕੰਪੋਨੈਂਟ ਹੈਡ ਲੈਂਪ ਦਾ ਹੈਗਾ, ਹੈਡਲਾਈਟ ਦਾ ਹੈਗਾ ਬਲਬ। ਠੀਕ ਹੈ, ਲੇਕਿਨ ਬਲਬ ਦੀ ਜਿਹੜੀ ਲਾਈਟ ਦੀ ਇੰਟੈਂਸਿਟੀ ਆ, ਇੰਟੈਂਸਿਟੀ ਹੁੰਦੀ ਕਿ ਲਾਈਟ ਕਿੰਨੀ ਤੇਜ਼ ਹੈਗੀ ਆ। ਠੀਕ ਹੈ, ਸੋ ਜਿੰਨੀ ਉਸ ਬਲਬ ਦੀ ਲਾਈਟ ਦੀ ਇੰਟੈਂਸਿਟੀ ਹੈਗੀ ਆ, ਉਹਨੂੰ ਹੋਰ ਇਨਕਰੀਜ਼ ਕੌਣ ਕਰਦਾ ਆ? ਉਹਨੂੰ ਇਨਕਰੀਜ਼ ਕਰਦਾ ਆ ਰਿਫਲੈਕਟਰ। ਰਿਫਲੈਕਟਰ ਕੀ ਹੁੰਦਾ ਆ? ਜਿਹੜਾ ਕਿ ਜਿੱਥੇ ਬਲਬ ਲੱਗਾ ਹੁੰਦਾ ਉਹਦੇ ਆਲੇ ਦੁਆਲੇ ਇੱਕ ਸਿਲਵਰ ਕਲਰ ਮਿਰਰ ਦੀ ਤਰ੍ਹਾਂ ਇੱਕ ਪੋਲਿਸ਼ਿੰਗ ਕੀਤੀ ਹੁੰਦੀ ਆ। ਇਹ ਜਿਹੜੀ ਰਿਫਲੈਕਟਰ ਦੀ ਪੋਲਿਸ਼ ਆ ਇਹ ਐਲੂਮੀਨੀਅਮ ਦੀ ਹੁੰਦੀ ਹੈ। ਠੀਕ ਹੈ, ਸੋ ਜਿਹੜੀ ਤੁਹਾਡੀ ਹੈਡ ਲਾਈਟ ਦਾ ਪੂਰਾ ਬੈਕ ਸਾਈਡ ਹੈਗੀ ਉਹ ਮਿਰਰ ਹੁੰਦਾ ਹੈ, ਇੱਕ ਕੱਚ ਹੁੰਦਾ ਆ, ਟਰਾਂਸਪੇਰੈਂਟ ਕੱਚ, ਲੇਕਿਨ ਉਹਦੇ ਉੱਪਰ ਐਲੂਮੀਨੀਅਮ ਦੀ ਕੋਟਿੰਗ ਕੀਤੀ ਹੁੰਦੀ ਆ, ਉਹਨੂੰ ਆਪਾਂ ਕਹਿੰਦੇ ਆ ਰਿਫਲੈਕਟਰ। ਠੀਕ ਹੈ ਜੀ, ਸੋ ਉਹ ਹੋ ਗਿਆ ਤੁਹਾਡਾ ਰਿਫਲੈਕਟਰ, ਇੱਕ ਹੋ ਗਿਆ ਤੁਹਾਡਾ ਬਲਬ, ਇੱਕ ਹੋ ਗਿਆ ਤੁਹਾਡਾ ਲੈਂਸ ਪ੍ਰਿਜ਼ਮ। ਠੀਕ ਹੈ, ਲੈਂਸ ਪ੍ਰਿਜ਼ਮ ਕੀ ਹੁੰਦਾ ਆ? ਜਿਹੜਾ ਕਿ ਜਿਹੜੇ ਰਿਫਲੈਕਟਰ ਆ ਉਹ ਡਿਫਰੈਂਟ ਐਂਗਲ ਤੇ ਕੱਟ ਸੈਕਸ਼ਨ ਹੁੰਦੇ ਆ ਰਿਫਲੈਕਟਰ ਦੇ। ਠੀਕ ਹੈ, ਇੱਕ ਸਿੰਗਲ ਪੀਸ ਨਹੀਂ ਹੁੰਦਾ ਰਿਫਲੈਕਟਰ ਦਾ। ਜਿਹੜੀ ਬੈਕ ਸਾਈਡ ਹੁੰਦੀ ਆ ਲਾਈਟ ਦੀ, ਜਿਹੜੀ ਕੱਚ ਦੀ ਹੁੰਦੀ ਆ, ਉਹਦੇ ਵਿੱਚ ਡਿਫਰੈਂਟ ਸੈਕਸ਼ਨ ਬਣਾਏ ਹੁੰਦੇ ਆ ਅਲੱਗ-ਅਲੱਗ ਐਂਗਲ ਤੇ, ਉਹਨੂੰ ਕਹਿੰਦੇ ਆ ਲੈਂਸ ਪ੍ਰਿਜ਼ਮ। ਸੋ ਇਹ ਆਪਾਂ ਕੁਝ ਕੰਪੋਨੈਂਟ ਯੂਜ਼ ਕਰਦੇ ਆ ਹੈਡਲਾਈਟ ਦੀ ਇੰਟੈਂਸਿਟੀ ਇਨਕਰੀਜ਼ ਕਰਨ ਦੇ ਲਈ। ਸੋ ਆ ਇੱਕ ਸਿੰਪਲ ਡਾਇਗਰਾਮ ਆ ਜਿਹਦੇ ਵਿੱਚ ਹੈਡਲਾਈਟ ਦੇ ਡਿਫਰੈਂਟ ਕੰਪੋਨੈਂਟਸ ਨੂੰ ਦਿਖਾਇਆ ਗਿਆ ਹੈ। ਠੀਕ ਹੈ ਜੀ, ਆ ਹੈਗਾ ਤੁਹਾਡਾ ਲੈਂਪ। ਠੀਕ ਹੈ, ਲੈਂਪ ਹੁੰਦਾ ਆ ਫੋਕਲ ਪੁਆਇੰਟ ਦੇ ਉੱਪਰ। ਠੀਕ ਹੈ, ਲੈਂਪ ਹੁੰਦਾ ਆ ਫੋਕਲ ਪੁਆਇੰਟ ਦੇ ਉੱਪਰ। ਫੋਕਲ ਪੁਆਇੰਟ ਕੀ ਹੁੰਦਾ ਹੈ ਕਿ ਜਦੋਂ ਕੋਈ ਮਿਰਰ ਹੈਗਾ ਆ, ਉੱਥੇ ਰੇਜ਼ ਜਿੱਥੇ ਉਹਦੀਆਂ ਇਕੱਠੀਆਂ ਹੋ ਜਾਂਦੀਆਂ, ਅਗਰ ਉਹਦੇ ਉੱਪਰ ਆਪਾਂ ਰੇਜ਼ ਪਾਉਂਦੇ ਹਾਂ, ਫੋਰ ਐਗਜ਼ਾਮਪਲ ਆਪਾਂ ਸਨਲਾਈਟ ਯੂਜ਼ ਕਰਦੇ ਪਏ ਹਾਂ, ਅਗਰ ਸਨਲਾਈਟ ਹੈਡਲਾਈਟ ਦੇ ਉੱਪਰ ਸਟਰਾਈਕ ਕਰੇਗੀ ਤਾਂ ਉਹ ਇੱਕ ਪੁਆਇੰਟ ਤੇ ਆ ਕੇ ਇਕੱਠੀ ਹੋਏਗੀ ਮਿਰਰ ਦੇ ਨਾਲ ਟਕਰਾ ਕੇ। ਠੀਕ ਆ, ਉਹਨੂੰ ਕਹਿੰਦੇ ਆ ਫੋਕਲ ਪੁਆਇੰਟ। ਸੋ ਜਿਹੜਾ ਐਫ ਹੈਗਾ ਇਹ ਹੈਗਾ ਤੁਹਾਡਾ ਫੋਕਲ ਪੁਆਇੰਟ, ਜਿਹਦੇ ਉੱਪਰ ਕੀ ਲੱਗਾ ਹੁੰਦਾ ਆ? ਇੱਥੇ ਲੱਗਾ ਹੁੰਦਾ ਤੁਹਾਡਾ ਬਲਬ। ਠੀਕ ਹੈ, ਐਲੀਮੈਂਟ ਲੱਗਾ ਹੁੰਦਾ ਬਲਬ ਦਾ। ਠੀਕ ਹੈ, ਸੋ ਆ ਜਿਹੜੇ ਕਰਵ ਹੈਗੀ ਇਹਦੇ ਉੱਪਰ ਲੱਗੇ ਹੁੰਦੇ ਆ ਤੁਹਾਡੇ ਰਿਫਲੈਕਟਰਸ। ਜਿਹੜੀ ਕਨਕੇਵ ਸ਼ੇਪ ਹੈਗੀ ਆ ਇੱਥੇ ਲੱਗੇ ਹੁੰਦੇ ਆ ਤੁਹਾਡੇ ਰਿਫਲੈਕਟਰਸ। ਆ ਸਾਰੇ ਰਿਫਲੈਕਟਰਸ ਲੱਗੇ ਹੁੰਦੇ ਆ ਇੱਥੇ। ਠੀਕ ਹੈ, ਸਾਹਮਣੇ ਹੁੰਦਾ ਆ ਤੁਹਾਡਾ ਗਲਾਸ। ਠੀਕ ਹੈ ਜੀ, ਸੋ ਇਹ ਕੁਝ ਮੇਨ ਕੰਪੋਨੈਂਟਸ ਆ ਤੁਹਾਡੇ ਇੱਕ ਸਿੰਪਲ ਹੈਡਲਾਈਟ ਬੀਮ ਦੇ। ਠੀਕ ਹੈ ਜੀ, ਤੇ ਜਿਹੜੀ ਰਿਫਲੈਕਟਰ ਦੀ ਪੋਲਿਸ਼ ਹੈਗੀ ਆ ਅੰਦਰ, ਉਹ ਐਲੂਮੀਨੀਅਮ ਦੀ ਹੁੰਦੀ ਆ ਕੱਚ ਦੇ ਉੱਪਰ। ਸੋ ਕਿਹੜੇ ਕਿਹੜੇ ਕੰਪੋਨੈਂਟਸ ਹੁੰਦੇ ਆ ਇੱਕ ਹੈਡਲਾਈਟ ਬੀਮ ਅਸੈਂਬਲੀ ਦੇ ਵਿੱਚ? ਸਭ ਤੋਂ ਪਹਿਲਾ ਕੰਪੋਨੈਂਟ ਹੈਗਾ ਹੈਡਲੈਂਪ ਬੋਡੀ। ਠੀਕ ਹੈ ਜੀ, ਸੈਕਿੰਡ ਕੰਪੋਨੈਂਟ ਹੈਗਾ ਹੈਡਲੈਂਪ ਬੋਡੀ, ਜਿਹੜੀ ਪ੍ਰੋਪਰ ਪੂਰੀ ਆਲੇ ਦੁਆਲੇ ਦੀ ਬੋਡੀ ਹੁੰਦੀ ਆ। ਸੈਕਿੰਡ ਹੈਗਾ ਬੀਮ ਰਿਫਲੈਕਟਰ। ਠੀਕ ਹੈ, ਜਿਹੜੀ ਬੈਕ ਸਾਈਡ ਤੇ ਲੱਗੇ ਹੁੰਦੇ ਆ, ਜਿਹੜੇ ਮਿਰਰ ਟਾਈਪ ਹੁੰਦੇ ਆ। ਨੈਕਸਟ ਹੈਗਾ ਬਲਬ ਹੋਲਡਰ ਐਂਡ ਅਡਾਪਟਰ। ਠੀਕ ਹੈ, ਜਿਹਦੇ ਵਿੱਚ ਬਲਬ ਲੱਗਦਾ ਆ। ਐਡਜਸਟਿੰਗ ਸਕਰੂ, ਜਿਹਦੇ ਨਾਲ ਆਪਾਂ ਹੈਡਲਾਈਟ ਦੀ ਬੀਮ ਨੂੰ ਐਡਜਸਟ ਕਰ ਸਕਦੇ ਹਾਂ, ਉੱਪਰ ਨੀਚੇ ਜਾਂ ਲੈਫਟ ਰਾਈਟ ਥੋੜਾ ਜਿਹਾ ਕਰ ਸਕਦੇ ਹਾਂ, ਉਹ ਹੁੰਦੇ ਐਡਜਸਟਿੰਗ ਸਕਰੂ। ਨੈਕਸਟ ਟੂ ਫਿਲਾਮੈਂਟ ਬਲਬ। ਠੀਕ ਹੈ, ਅੱਜ ਕੱਲ ਹਰੇਕ ਵਹੀਕਲ ਦੇ ਵਿੱਚ ਟੂ ਫਿਲਾਮੈਂਟ ਬਲਬ ਆਉਂਦੇ, ਯਾਨੀ ਕਿ ਇੱਕ ਹਾਈ ਬੀਮ ਵਾਲਾ ਬਲਬ, ਇੱਕ ਲੋ ਬੀਮ। ਮਤਲਬ ਫਿਲਾਮੈਂਟ ਦੋ ਹੁੰਦੇ ਆ, ਇੱਕ ਹਾਈਲੀ ਇੱਕ ਲੋਲੀ। ਠੀਕ ਹੈ,
ਇਨਰ ਐਂਡ ਆਊਟਰ ਰਿੰਗਸ, ਇਨਰ ਐਂਡ ਆਊਟਰ ਰਿੰਗਸ ਹੁੰਦੇ ਆ ਪੂਰੀ ਬੋਡੀ ਨੂੰ ਸੀਲ ਕਰਨ ਦੇ ਲਈ। ਜਿਹੜਾ ਇਹ ਪੂਰਾ ਹੈਡਲਾਈਟ ਆ ਉਹਦੇ ਸਾਹਮਣੇ ਜਿਹੜਾ ਗਲਾਸ ਲੱਗਾ ਹੁੰਦਾ ਉਹਨੂੰ ਸੀਲ ਕਰਨ ਦੇ ਲਈ ਰਿੰਗਸ ਯੂਜ਼ ਕਰਦੇ ਆ, ਤਾਂ ਜੋ ਅੰਦਰ ਡਸਟ ਤੇ ਪਾਣੀ ਨਾ ਜਾ ਸਕੇ। ਐਂਡ ਲਾਸਟ ਇਜ਼ ਗਲਾਸ ਲੈਂਸ। ਸੋ ਇਹ ਕੁਝ ਕੰਪੋਨੈਂਟਸ ਆ ਜਿਹੜੇ ਆਪਾਂ ਯੂਜ਼ ਕਰਦੇ ਆ। ਆ ਇੱਕ ਕੱਟ ਸੈਕਸ਼ਨ ਵਿਊ ਹੈਗਾ ਅਗੇਨ ਸੀਲਡ ਬੀਮ ਹੈਡਲੈਂਪ, ਜਿਹੜੀ ਪ੍ਰੋਪਰ ਸੀਲਡ ਹੁੰਦੀ ਆ, ਜਿਹਦੇ ਵਿੱਚ ਕਈ ਹੈਡਲਾਈਟਸ ਯੂਜ਼ ਕਰਦੇ ਆ ਜਿਨ੍ਹਾਂ ਦੇ ਵਿੱਚ ਗੈਸਿਸ ਵੀ ਫਿਲ ਕੀਤੀਆਂ ਹੁੰਦੀਆਂ ਆ, ਉਹ ਵੀ ਪ੍ਰੋਪਰ ਸੀਲਡ ਹੁੰਦੀਆਂ। ਜਿਹੜੀਆਂ ਨਾਰਮਲ ਆਪਾਂ ਯੂਜ਼ ਕਰਦੇ ਆ ਉਹ ਵੀ ਸੀਲਡ ਹੁੰਦੀਆਂ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਦੋ ਸਕਰੂ ਆ, ਵਰਟੀਕਲ ਐਡਜਸਟਮੈਂਟ ਸਕਰੂ ਜਿਹੜਾ ਹਾਈਟ ਨੂੰ ਐਡਜਸਟ ਕਰਦਾ ਆ, ਹੋਰੀਜੋਨਟਲ ਐਡਜਸਟਿੰਗ ਸਕਰੂ ਜਿਹੜਾ ਲੈਫਟ ਰਾਈਟ ਹੋਰੀਜੋਨਟਲ ਮੂਵਮੈਂਟ ਨੂੰ ਐਡਜਸਟ ਕਰਦਾ ਹੈ ਇੱਕ ਹੈਡਲਾਈਟ ਦੀ। ਆ ਹੈਗਾ ਤੁਹਾਡਾ ਬਲਬ ਅਡਾਪਟਰ ਜਿਹਦੇ ਵਿੱਚ ਬਲਬ ਲੱਗਣਾ ਆ, ਠੀਕ ਹੈ। ਹੈਡਲੈਂਪ ਬੋਡੀ ਐਂਡ ਰਿਫਲੈਕਟਰ, ਠੀਕ ਹੈ ਜੀ। ਇਹ ਕੁਛ ਇੰਪੋਰਟੈਂਟ ਕੰਪੋਨੈਂਟਸ ਆ ਜਿਹੜੇ ਆਪਾਂ ਹੁਣੇ ਪੜ੍ਹ ਕੇ ਹਟੇ ਆ। ਹੁਣ ਗੱਲ ਆ ਗਈ ਅੱਗੇ ਕਿ ਹੈਡਲਾਈਟਸ ਦੇ ਜਿਹੜੇ ਫਿਲਾਮੈਂਟ ਆ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਆ ਤੇ ਉਹਨਾਂ ਦਾ ਕੀ ਕੰਮ ਆ, ਠੀਕ ਹੈ ਜੀ। ਅੱਜ ਤੋਂ ਤਕਰੀਬਨ 30-40 ਸਾਲ ਪਹਿਲਾਂ ਸਿੰਗਲ ਫਿਲਾਮੈਂਟ ਲੈਂਪ ਯੂਜ਼ ਹੁੰਦਾ ਸੀ, ਜਿਹਦੇ ਵਿੱਚ ਸਿਰਫ ਹਾਈ ਬੀਮ ਹੁੰਦੀ ਸੀ ਜਾਂ ਲੋ ਬੀਮ ਹੁੰਦੀ ਸੀ, ਠੀਕ ਹੈ। ਦੋਨੋਂ ਬੀਮਸ ਨਹੀਂ ਹੁੰਦੀਆਂ ਸੀ। ਲੇਕਿਨ ਉਸ ਤੋਂ ਬਾਅਦ ਹਰੇਕ ਵਹੀਕਲ ਦੇ ਵਿੱਚ ਡਬਲ ਫਿਲਾਮੈਂਟ ਹੈਡਲੈਂਪ ਯੂਜ਼ ਹੋਣ ਲੱਗ ਪਿਆ, ਜਿਹਦੇ ਵਿੱਚ ਇੱਕ ਹਾਈ ਬੀਮ ਹੁੰਦੀ ਹੈ, ਇੱਕ ਲੋ ਬੀਮ ਹੁੰਦੀ ਹੈ। The upper beam filament and lower beam filament. The upper beam filament is positioned at the focal point. ਹੁਣ ਜਿਹੜਾ ਅਪਰ ਬੀਮ ਜਾਂ ਜਿਹਨੂੰ ਆਪਾਂ ਹਾਈ ਬੀਮ ਕਹਿੰਦੇ ਆ, ਉਹ ਵਾਲੀ ਜਿਹੜੀ ਫਿਲਾਮੈਂਟ ਹੁੰਦੀ ਆ ਉਹ ਬਿਲਕੁਲ ਫੋਕਲ ਪੁਆਇੰਟ ਤੇ ਹੁੰਦੀ ਆ। ਫੋਕਲ ਪੁਆਇੰਟ ਕਿਹੜਾ ਹੈ? ਜਿਹੜਾ ਸੈਂਟਰ ਪੁਆਇੰਟ ਆ ਪੂਰੀ ਉਹਦਾ ਤੁਹਾਡਾ ਹੈਡਲਾਈਟ ਦਾ, ਜਿਹੜਾ ਬਿਲਕੁਲ ਸੈਂਟਰ ਪੁਆਇੰਟ ਆ, ਕਨਕੇਵ ਸ਼ੇਪ ਹੁੰਦੀ ਹੈ ਹੈਡਲਾਈਟ ਦੀ, ਉਹਦਾ ਜਿਹੜਾ ਸੈਂਟਰ ਪੁਆਇੰਟ ਨਿਕਲਦਾ ਉਹਨੂੰ ਫੋਕਲ ਪੁਆਇੰਟ ਕਹਿੰਦੇ ਆ ਇੱਕ ਹੈਡਲਾਈਟ ਨੂੰ। ਸੋ ਜਿਹੜਾ ਤੁਹਾਡਾ ਅਪਰ ਬੀਮ ਦਾ ਫਿਲਾਮੈਂਟ ਹੁੰਦਾ ਉਹ ਬਿਲਕੁਲ ਫੋਕਲ ਪੁਆਇੰਟ ਦੇ ਉੱਪਰ ਹੁੰਦਾ ਆ, ਤੇ ਉਹਦੇ ਨਾਲ ਕੀ ਆ, ਜਿਹੜੀ ਰੇਂਜ ਹੈਗੀ ਆ ਉਹ ਦੂਰ ਤੱਕ ਜਾਂਦੀ ਹੈ। ਹੈਡਲਾਈਟ ਦੀ ਰੇਂਜ ਕਾਫੀ ਦੂਰ ਤੱਕ ਐਂਡ ਸਟ੍ਰੇਟ ਜਾਂਦੀ ਆ, ਠੀਕ ਹੈ। ਲੇਕਿਨ ਜਿਹੜਾ ਲੋਅਰ ਬੀਮ ਵਾਲਾ ਫਿਲਾਮੈਂਟ ਹੁੰਦਾ ਜਾਂ ਜਿਹਨੂੰ ਆਪਾਂ ਲੋ ਬੀਮ ਕਹਿੰਦੇ ਆ ਫਿਲਾਮੈਂਟ ਹੁੰਦਾ, ਉਹ ਜਿਹੜਾ ਫੋਕਲ ਪੁਆਇੰਟ ਤੋਂ ਥੋੜਾ ਜਿਹਾ ਅੱਗੇ ਕੀਤਾ ਹੁੰਦਾ। ਯਾਨੀ ਕਿ ਜਿਹੜਾ ਫੋਕਲ ਪੁਆਇੰਟ ਬਣਦਾ ਹੈ ਇੱਕ ਹੈਡਲਾਈਟ ਦਾ, ਜਿਹੜਾ ਹਾਈ ਬੀਮ ਦਾ ਫਿਲਾਮੈਂਟ ਆ ਉਹ ਬਿਲਕੁਲ ਫੋਕਲ ਪੁਆਇੰਟ ਦੇ ਉੱਪਰ ਹੋਏਗਾ, ਤੇ ਜਿਹੜਾ ਲੋ ਬੀਮ ਵਾਲਾ ਫਿਲਾਮੈਂਟ ਆ ਉਹ ਫੋਕਲ ਪੁਆਇੰਟ ਤੋਂ ਥੋੜਾ ਜਿਹਾ ਅੱਗੇ ਨੂੰ ਮੂਵ ਕੀਤਾ ਹੁੰਦਾ। ਉਹਦੇ ਨਾਲ ਕੀ ਹੁੰਦਾ ਆ ਕਿ ਜਦੋਂ ਉਹਦੇ ਵਿੱਚ ਉਹ ਆਪਣਾ ਔਨ ਹੁੰਦਾ ਆ, ਤਾਂ ਉਹ ਰਿਫਲੈਕਸ਼ਨ ਜਿਹੜੀ ਆ ਨੀਚੇ ਵੱਲ ਨੂੰ ਜਾਂਦੀ ਆ, ਯਾਨੀ ਕਿ ਰੋਡ ਵੱਲ ਨੂੰ ਜਾਂਦੀ ਆ, ਜੇ ਆਪਾਂ ਫੋਕਲ ਪੁਆਇੰਟ ਤੋਂ ਥੋੜਾ ਅੱਗੇ ਮੂਵ ਕਰਦੇ ਆ ਫਿਲਾਮੈਂਟ ਨੂੰ, ਠੀਕ ਹੈ। ਆ ਇੱਕ ਸਿੰਪਲ ਐਗਜ਼ਾਮਪਲ ਆ ਅਪਰ ਬੀਮ ਫਿਲਾਮੈਂਟ ਐਂਡ ਲੋਅਰ ਬੀਮ ਫਿਲਾਮੈਂਟ, ਠੀਕ ਹੈ ਜੀ। ਡਿਫਰੈਂਸ ਕੀ ਹੈਗਾ ਆ? ਜਿਹੜਾ ਅਪਰ ਬੀਮ ਫਿਲਾਮੈਂਟ ਆ, ਮੰਨ ਲਓ ਆਹ ਫੋਕਲ ਪੁਆਇੰਟ ਆ, ਠੀਕ ਹੈ। ਅਪਰ ਬੀਮ ਫਿਲਾਮੈਂਟ ਬਿਲਕੁਲ ਇਸ ਪੁਆਇੰਟ ਤੇ ਹੁੰਦਾ ਆ। ਉਹਦੇ ਨਾਲ ਕੀ ਆ, ਜਦੋਂ ਉਹਨੇ ਔਨ ਹੋਣਾ ਆ, ਸਟ੍ਰਾਈਕ ਹੋ ਕੇ ਜਿਹੜੀਆਂ ਰੇਜ਼ ਆ ਬਿਲਕੁਲ ਪੈਰਲਰ ਸਿੱਧੀਆਂ ਜਾਣੀਆਂ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਆ ਹਾਈ ਬੀਮ, ਠੀਕ ਹੈ। ਲੇਕਿਨ ਇਹਦੇ ਵਿੱਚ ਹੀ ਅਗਰ ਆਪਾਂ ਜਿਹੜਾ ਲੋ ਬੀਮ ਵਾਲਾ ਫਿਲਾਮੈਂਟ ਆ ਉਹ ਥੋੜਾ ਜਿਹਾ ਨੀਚੇ ਹੁੰਦਾ ਤੇ ਅੱਗੇ ਹੁੰਦਾ, ਮੰਨ ਲਓ ਆਹ ਫੋਕਲ ਪੁਆਇੰਟ ਸੀਗਾ ਇਸ ਜਗ੍ਹਾ ਤੇ, ਠੀਕ ਹੈ, ਤੇ ਜਿਹੜਾ ਫਿਲਾਮੈਂਟ ਆ ਥੋੜਾ ਜਿਹਾ ਅੱਗੇ ਆ ਤੇ ਨੀਚੇ ਹੁੰਦਾ ਆ, ਠੀਕ ਹੈ ਜੀ। ਸੋ ਉਹਦੇ ਨਾਲ ਕੀ ਹੁੰਦਾ ਆ ਕਿ ਜਦੋਂ ਉਹ ਔਨ ਹੁੰਦਾ ਆ ਤਾਂ ਰੇਜ਼ ਜਿਹੜੀਆਂ ਸਟ੍ਰਾਈਕ ਹੋ ਕੇ ਸਿਰਫ ਨੀਚੇ ਨੂੰ ਜਾਂਦੀਆਂ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਆ ਲੋ ਬੀਮ। ਹਾਂਜੀ, ਉਸ ਤੋਂ ਬਾਅਦ ਇੱਕ ਹੋਰ ਟਾਈਪ ਦੇ ਹੈਡਲੈਂਪਸ ਦੀ ਆਪਾਂ ਗੱਲ ਕਰਨੀ ਆ, ਡਿਊਲ ਯੂਨਿਟ ਹੈਡਲੈਂਪ, ਠੀਕ ਹੈ ਜੀ। ਡਿਊਲ ਯੂਨਿਟ ਹੈਡਲੈਂਪ ਕੀ ਹੁੰਦੇ ਆ? ਜਿਹਦੇ ਵਿੱਚ ਫਰੰਟ ਤੇ ਦੋ ਹੈਡਲੈਂਪਸ ਹੋਣ ਪੇਅਰ ਦੇ ਵਿੱਚ, ਠੀਕ ਹੈ। ਜਿਸ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਸਿੰਪਲ ਡਾਇਗਰਾਮ ਆ, 2D ਡਾਇਗਰਾਮ, ਇਹਦੇ ਵਿੱਚ ਦੋ ਹੈਡਲੈਂਪਸ ਆ ਇੱਕ ਸਾਈਡ ਤੇ, ਟੋਟਲ 4 ਹੈਡਲੈਂਪਸ ਹੁੰਦੇ ਆ। ਇਸ ਟਾਈਪ ਦੀ ਕਾਰ ਨੂੰ ਆਪਾਂ ਕਹਿੰਦੇ ਆ ਡਿਊਅਲ ਯੂਨਿਟ ਹੈਡਲੈਂਪਸ, ਠੀਕ ਹੈ ਜੀ। ਇਸੇ ਤਰ੍ਹਾਂ ਇਹਦੇ ਵਿੱਚ ਇੱਕ ਹੁੰਦੇ ਆ ਪੇਅਰ ਆਫ ਹੈਡਲੈਂਪਸ ਮਾਊਂਟਡ ਵਨ ਓਵਰ ਦੀ ਅਦਰ, ਮਤਲਬ ਹੈਗੇ ਇਹ ਵੀ ਡਿਊਲ ਯੂਨਿਟ ਹੈਡਲੈਂਪ ਆ, ਬਟ ਇਹਦੇ ਵਿੱਚ ਜਿਹੜਾ ਪੇਅਰ ਹੈਗਾ ਇੱਕ ਦੂਸਰੇ ਦੇ ਉੱਪਰਲੀ ਸਾਈਡ ਤੇ ਹੈਗਾ, ਠੀਕ ਹੈ। ਸੋ ਇਹ ਕੁਝ ਟਾਈਪਸ ਹੈਗੀਆਂ ਤੁਹਾਡੀਆਂ ਹੈਡਲਾਈਟਸ ਹੈਡਲੈਂਪਸ ਦੀਆਂ, ਠੀਕ ਹੈ। ਸੋ ਇਹਦੇ ਉੱਪਰ ਉੱਪਰ ਨੀਚੇ ਆ ਹੈਡਲੈਂਪਸ, ਤੇ ਦੂਜੇ ਦੇ ਵਿੱਚ ਬਿਲਕੁਲ ਪੈਰਲਰ ਹੈਗੇ ਆ, ਹੈਗੀਆਂ ਪੇਅਰ ਦੇ ਵਿੱਚ ਹੈਗੀਆਂ ਹੈਡਲਾਈਟਸ। ਹਾਂਜੀ, ਹੁਣ ਜਿਹੜਾ ਸਾਡਾ ਨੈਕਸਟ ਹੈਗਾ ਜੀ ਉਹ ਹੈਗਾ ਕਿ ਸਿਮੈਟ੍ਰੀਕਲ ਬੀਮ ਹੈਡਲੈਂਪਸ ਐਂਡ ਅਸਿਮੈਟ੍ਰੀਕਲ ਬੀਮ ਹੈਡਲੈਂਪਸ ਦਾ ਕੀ ਮਤਲਬ ਹੁੰਦਾ ਹੈ, ਠੀਕ ਹੈ ਜੀ। ਸਿਮੈਟ੍ਰੀਕਲ ਬੀਮ ਹੈਡਲੈਂਪਸ ਦਾ ਮਤਲਬ ਕੀ ਆ ਕਿ ਜਿਹੜੀ ਤੁਹਾਡੀ ਹੈਡਲਾਈਟ ਆ
ਉਹਦੇ ਵਿੱਚੋਂ ਜਿਹੜੀ ਬੀਮ ਨਿਕਲਣੀ ਆ, ਜਦੋਂ ਹਾਈ ਬੀਮ ਨਿਕਲਣੀ ਆ ਤੇ ਉਹ ਪ੍ਰੋਪਰ ਸੈਂਟਰ ਦੇ ਵਿੱਚੋਂ ਨਿਕਲਣੀ ਆ। ਕਿਉਂ? ਕਿਉਂਕਿ ਜਿਹੜਾ ਤੁਹਾਡਾ ਬਲਬ ਹੈਗਾ ਆ ਉਹ ਬਿਲਕੁਲ ਫੋਕਲ ਪੁਆਇੰਟ ਦੇ ਉੱਪਰ ਆ। ਠੀਕ ਹੈ, ਜਦੋਂ ਬਲਬ ਤੁਹਾਡਾ ਫੋਕਲ ਪੁਆਇੰਟ ਦੇ ਵਿੱਚ ਉੱਪਰ ਹੈਗਾ, ਬਿਲਕੁਲ ਸੈਂਟਰ ਦੇ ਵਿੱਚ ਹੈਗਾ, ਤਾਂ ਜਿਹੜੀ ਤੁਹਾਡੀ ਬੀਮ ਨਿਕਲਣੀ ਆ ਬਿਲਕੁਲ ਪੈਰਲਲ ਨਿਕਲਣੀ ਤਾਂ ਸਿੱਧੀ ਜਾਣੀ ਆ। ਉਹਨੂੰ ਕਹਿੰਦੇ ਆ ਸਿਮੈਟਰੀਕਲ ਬੀਮ। ਠੀਕ ਹੈ, ਅਸਿਮੈਟਰੀਕਲ ਕੀ ਹੁੰਦੀ ਹੈ? ਜਦੋਂ ਤੁਹਾਡਾ ਬਲਬ ਲੋ ਬੀਮ ਤੇ ਹੈਗਾ। ਜਦੋਂ ਲੋ ਬੀਮ ਤੇ ਬਲਬ ਹੋਏਗਾ, ਉਹਦੇ ਵਿੱਚੋਂ ਜਿਹੜੀਆਂ ਰੇਜ਼ ਨਿਕਲਣਗੀਆਂ ਇੱਕ ਦੂਸਰੇ ਦੇ ਪੈਰਲਲ ਨਹੀਂ ਹੋਣਗੀਆਂ, ਜਾਂ ਤਾਂ ਥੋੜੀ ਰਾਈਟ ਹੋਣਗੀਆਂ ਤੇ ਜਾਂ ਥੋੜੀਆਂ ਲੈਫਟ ਹੋਣਗੀਆਂ। ਠੀਕ ਹੈ ਜੀ, ਆ ਇੱਕ ਸਿੰਪਲ ਐਗਜ਼ਾਮਪਲ ਆ ਅਸਿਮੈਟਰੀਕਲ ਤੇ ਸਿਮੈਟਰੀਕਲ ਦੀ। ਹੁਣ ਉੱਪਰ ਵਾਲੀ ਡਾਇਗਰਾਮ ਦੇਖੋ, ਇਹਦੇ ਵਿੱਚ ਜਿਹੜੀ ਤੁਹਾਡੀ ਹੈਡਲਾਈਟ ਦੀ ਬੀਮ ਹੈਗੀ ਆ ਉਹ ਸੈਂਟਰ ਪੁਆਇੰਟ ਦੇ ਬਿਲਕੁਲ ਬਰਾਬਰ ਆ, ਲੈਫਟ ਤੇ ਵੀ ਬਰਾਬਰ ਆ, ਰਾਈਟ ਤੇ ਵੀ ਬਰਾਬਰ ਆ। ਠੀਕ ਹੈ, ਯਾਨੀ ਕਿ ਜਦੋਂ ਆਪਾਂ ਅਗਰ ਕਾਰ ਨੂੰ ਖੜਾ ਕਰੀਏ, ਉਹਦੇ ਸਾਹਮਣੇ ਇੱਕ ਕੰਧ ਹੋਵੇ ਪ੍ਰੋਪਰ ਬਿਲਕੁਲ ਲਾਗੇ, ਤੇ ਜਿਹੜੀ ਤੁਹਾਡੀ ਬੀਮ ਆ ਬਿਲਕੁਲ ਸੈਂਟਰ ਪੁਆਇੰਟ ਤੋਂ ਬਰਾਬਰ ਹੋਏਗੀ ਦੋਨੋਂ ਸਾਈਡ ਸੇ। ਬਟ ਅਸਿਮੈਟਰੀਕਲ ਦੇ ਵਿੱਚ ਕੀ ਆ ਕਿ ਜਦੋਂ ਆਪਾਂ ਲੋ ਬੀਮ ਕਰ ਦਿੰਦੇ ਆ ਤੇ ਉਦੋਂ ਸੈਂਟਰ ਪੁਆਇੰਟ ਤੇ ਇੱਕ ਸਾਈਡ ਤੇ ਜ਼ਿਆਦਾ ਹੋਏਗੀ ਬੀਮ, ਇੱਕ ਸਾਈਡ ਤੇ ਘੱਟ ਹੋਏਗੀ ਬੀਮ। ਠੀਕ ਹੈ, ਇਸ ਤਰ੍ਹਾਂ ਦੇ ਫਿਨੋਮੇਨਨ ਨੂੰ ਕਹਿੰਦੇ ਆ ਅਸਿਮੈਟਰੀਕਲ ਬੀਮ। ਠੀਕ ਹੈ, ਸੋ ਇੱਕ ਯਾਦ ਰੱਖਣਾ ਕਿ ਸਿਮੈਟਰੀਕਲ ਬੀਮ ਹਮੇਸ਼ਾ ਹੋਏਗੀ ਹਾਇਰ ਬੀਮ ਦੇ ਵਿੱਚ, ਤੇ ਅਸਿਮੈਟਰੀਕਲ ਬੀਮ ਕਦੋਂ ਆਏਗੀ? ਜਦੋਂ ਆਪਾਂ ਲੋ ਬੀਮ ਕਰਤੀ ਹੋਈ ਆ ਹੈਡਲਾਈਟ ਦੀ। ਠੀਕ ਹੈ ਜੀ। ਹੁਣ ਨੈਕਸਟ ਆ ਗਿਆ ਫੋਗ ਲੈਂਪ। ਫੋਗ ਲੈਂਪ ਆਪਾਂ ਕਦੋਂ ਯੂਜ਼ ਕਰਦੇ ਆ? ਜਦੋਂ ਆਪਾਂ ਫੋਗ ਦੇ ਵਿੱਚ ਡਰਾਈਵ ਕਰਦੇ ਪਏ ਆ। ਉਹਦਾ ਇੱਕ ਰੀਜ਼ਨ ਹੈਗਾ ਕਿ ਆਪਾਂ ਸਿੰਪਲ ਹੈਡਲਾਈਟ ਯੂਜ਼ ਨਹੀਂ ਕਰਦੇ, ਕਿਉਂਕਿ ਜਿਹੜੀ ਸਿੰਪਲ ਹੈਡਲਾਈਟ ਆਪਾਂ ਯੂਜ਼ ਕਰਦੇ ਆ ਉਹਦੀ ਬੀਮ ਜਦੋਂ ਸਟ੍ਰੇਟ ਜਾਂਦੀ ਆ, ਰੋਡ ਦੇ ਉੱਪਰ ਕੰਸਨਟਰੇਟ ਬਹੁਤਾ ਨਹੀਂ ਕਰ ਪਾਉਂਦੀ, ਕਿਉਂਕਿ ਉਹਦੀ ਹਾਈਟ ਜ਼ਿਆਦਾ ਹੁੰਦੀ ਆ ਹੈਡਲਾਈਟ ਦੀ। ਸੋ ਉਹਦੇ ਨਾਲ ਕੀ ਆ, ਉਹ ਫੋਗ ਦੇ ਪਾਰਟੀਕਲਸ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ, ਰਿਫਲੈਕਟ ਹੋ ਜਾਂਦੀ ਆ, ਸੋ ਰੋਡ ਦੇ ਉੱਪਰ ਨਹੀਂ ਪਹੁੰਚ ਪਾਉਂਦੀ। ਸੋ ਉਸ ਚੀਜ਼ ਨੂੰ ਦੂਰ ਕਰਨ ਦੇ ਲਈ ਫੋਗ ਲੈਂਪਸ ਹਮੇਸ਼ਾ ਬਿਲਕੁਲ ਰੋਡ ਦੇ ਮਤਲਬ ਵਹੀਕਲ ਦੇ ਨਿਚਲੇ ਪਾਰਟ 'ਚ ਲਗਾਏ ਜਾਂਦੇ ਆ, ਤਾਂ ਜੋ ਉਹਨਾਂ ਦੀ ਜਿਹੜੀ ਬੀਮ ਹੈਗੀ ਆ ਬਿਲਕੁਲ ਰੋਡ ਦੇ ਉੱਪਰ ਕੰਸਨਟਰੇਟ ਕਰ ਸਕੇ, ਤੇ ਸਾਨੂੰ ਰੋਡ ਜਿਹੜੀ ਹੈਗੀ ਆ ਪ੍ਰੋਪਰ ਵਿਜ਼ੀਬਲ ਹੋ ਸਕੇ। ਸਭ ਤੋਂ ਮੇਨ ਇਸ਼ੂ ਹੈਗਾ ਹਾਈਟ ਦਾ। ਹੈਡਲਾਈਟ ਦੀ ਹਾਈਟ ਜ਼ਿਆਦਾ ਹੁੰਦੀ ਆ, ਲੇਕਿਨ ਫੋਗ ਲੈਂਪ ਦੀ ਹਾਈਟ ਘੱਟ ਹੁੰਦੀ ਆ। ਸੈਕਿੰਡ, ਜਿਹੜਾ ਆਪਾਂ ਫੋਗ ਲੈਂਪ ਦੇ ਵਿੱਚ ਯੂਜ਼ ਕਰਦੇ ਆ ਫਿਲਾਮੈਂਟ, ਉਹਦੇ ਵਿੱਚ ਆਪਾਂ ਫਿਲਾਮੈਂਟ ਜਾਂ ਜਿਹਨੂੰ ਬਲਬ ਕਹਿੰਦੇ ਆ ਉਹ ਹੋਣਾ ਸੈਂਟਰ ਪੁਆਇੰਟ 'ਚ ਹੀ ਆ, ਲੇਕਿਨ ਆਪਾਂ ਉਹਦੇ ਉੱਪਰਲੀ ਸਾਈਡ ਤੇ ਇੱਕ ਸ਼ੀਲਡ ਲਗਾ ਦਿੰਦੇ ਆ। ਫੋਗ ਲੈਂਪ ਦੇ ਵਿੱਚ ਬਲਬ ਦੇ ਉੱਪਰ ਇੱਕ ਸ਼ੀਲਡ ਲੱਗੀ ਹੁੰਦੀ ਆ, ਤਾਂ ਜੋ ਉਹਦੀ ਜਿਹੜੀ ਬੀਮ ਹੈਗੀ ਆ, ਆਹ ਸ਼ੀਲਡ ਲੱਗੀ ਆ, ਉਹਦੀ ਜਿਹੜੀ ਫੋਗ ਲੈਂਪ ਦੀ ਬੀਮ ਹੈਗੀ ਆ ਉਹ ਪ੍ਰੋਪਰ ਰੋਡ ਦੇ ਕੰਸਨਟਰੇਟ ਕਰ ਸਕੇ। ਠੀਕ ਹੈ, ਉਹ ਉੱਪਰ ਨੂੰ ਨਹੀਂ ਜਾਊਗੀ, ਉਹ ਬਿਲਕੁਲ ਰੋਡ ਦੇ ਉੱਪਰ ਕੰਸਨਟਰੇਟ ਕਰੂਗੀ। ਠੀਕ ਹੈ, ਜੇ ਰੋਡ ਦੇ ਉੱਪਰ ਜ਼ਿਆਦਾ ਕੰਸਨਟਰੇਟ ਕਰੂਗੀ ਫੋਗ ਲਾਈਟ ਦੀ ਬੀਮ, ਤਾਂ ਓਬਵੀਅਸ ਆ ਸਾਨੂੰ ਜਿਹੜੀ ਰੋਡ ਆ ਉਹ ਜ਼ਿਆਦਾ ਕਲੀਅਰ ਹੋਏਗੀ। ਸੋ ਇਹ ਇੱਕ ਸਿੰਪਲ ਜਿਹਾ ਡਾਇਗਰਾਮ ਹੈਗਾ ਆ ਫੋਗ ਲੈਂਪ ਦਾ। ਹਾਂਜੀ, ਨੈਕਸਟ ਹੈਗਾ ਹੁਣ ਸਾਡੇ ਦੋ ਤਰ੍ਹਾਂ ਦੀ ਲਾਈਟਸ ਰਹਿ ਗਈਆਂ, ਸਟਾਪ ਲਾਈਟ ਐਂਡ ਡੋਰ ਲੈਂਪਸ। ਸਟਾਪ ਲਾਈਟ ਕਿਹੜੀ ਹੁੰਦੀ ਹੈ? ਜਦੋਂ ਆਪਾਂ ਬ੍ਰੇਕ ਲਗਾਉਂਦੇ ਆ, ਠੀਕ ਆ, ਉਸ ਟਾਈਮ ਤੇ ਜਿਹੜੀ ਲਾਈਟ ਚੱਲਦੀ ਆ, ਉਹਦਾ ਸਰਕਟ ਆ, ਸਿੰਪਲ ਜਿਹਾ ਸਰਕਟ ਆ। ਠੀਕ ਹੈ ਜੀ, ਬੈਟਰੀ ਤੋਂ ਕਨੈਕਸ਼ਨ ਆਇਆ, ਅਰਥ ਕੀਤੀ ਹੋਈ ਆ ਸਟਾਪ ਸਵਿਚ। ਜਦੋਂ ਆਪਾਂ ਬ੍ਰੇਕ ਦੱਬਾਂਗੇ ਆਹ ਕਨੈਕਸ਼ਨ ਜੁੜ ਜਾਏਗਾ, ਤੇ ਤੁਹਾਡੀ ਜਿਹੜੀ ਬੈਕ ਲਾਈਟ ਹੈਗੀ ਆ ਉਹ ਔਨ ਹੋ ਜਾਏਗੀ। ਠੀਕ ਹੈ, ਲਾਈਟ ਜਗ ਜਾਏਗੀ। ਇਸੇ ਤਰ੍ਹਾਂ ਜਿਹੜੀ ਡੋਰ ਲੈਂਪਸ ਆ ਉਹਦੇ ਵਿੱਚ ਫਿਊਜ਼ ਹੁੰਦਾ ਆ। ਠੀਕ ਹੈ, ਡੋਰ ਲੈਂਪਸ ਇੰਟੀਰੀਅਰ ਦੇ ਵਿੱਚ ਡੋਰ ਲੈਂਪਸ ਲੱਗੇ ਆ। ਜਿਹੜੀ ਡੋਰ ਦਾ ਸਵਿਚ ਔਨ ਹੈਗਾ ਆ, ਠੀਕ ਹੈ, ਉਦੋਂ ਉਹ ਲਾਈਟ ਜਗ ਜਾਏਗੀ। ਸਵਿਚ ਔਨ ਕਦੋਂ ਹੋਏਗਾ? ਜਦੋਂ ਤੁਹਾਡਾ ਡੋਰ ਓਪਨ ਹੈਗਾ ਆ। ਠੀਕ ਹੈ, ਅਗਰ ਤੁਹਾਡਾ ਡੋਰ ਕਲੋਜ਼ ਹੈਗਾ ਆ ਤਾਂ ਸਵਿਚ ਆਪਸ ਦੇ ਵਿੱਚ ਇੱਥੋਂ ਜੁੜਿਆ ਹੋਏਗਾ ਤੇ ਤੁਹਾਡੀ ਲਾਈਟ ਨਹੀਂ ਔਨ ਹੋਏਗੀ। ਜਦੋਂ ਇਹ ਇੱਕ ਦੂਸਰੇ ਤੋਂ ਵੱਖ ਹੋ ਗਏ, ਠੀਕ ਹੈ ਜੀ, ਉਦੋਂ ਇਹਨਾਂ ਨੇ ਲਾਈਟ ਔਨ ਕਰ ਦੇਣੀ ਆ, ਜਿਹੜੀ ਇੰਟੀਰੀਅਰ 'ਚ ਲਾਈਟ ਲੱਗੀ ਹੁੰਦੀ ਹੈ ਡੋਰ ਲਾਈਟ। ਠੀਕ ਹੈ, ਇਹ ਤੁਹਾਡਾ ਸਿੰਪਲ ਜਿਹਾ ਇੱਕ ਸਰਕਟ ਸੀਗਾ ਡੋਰ ਲੈਂਪਸ ਦਾ। ਸੋ ਇਹ ਤੁਹਾਡਾ ਸੀਗਾ ਟੋਟਲ ਲਾਈਟਨਿੰਗ ਸਿਸਟਮ, ਜਿਹਦੇ ਵਿੱਚ ਆਪਾਂ ਹੈਡਲਾਈਟ, ਡੋਰ ਲੈਂਪਸ, ਫੋਗ ਲੈਂਪ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਜਿਹੜਾ ਟੌਪਿਕ ਹੈਗਾ ਆ ਵਾਇਰਿੰਗ ਸਰਕਟ, ਉਹ ਆਪਾਂ ਆਲਰੇਡੀ ਕਰ ਚੁੱਕੇ ਹਾਂ। HT ਕੀ ਹੁੰਦੀ ਆ, ਹਾਈ ਟੈਂਸ਼ਨ ਵਾਇਰ, LT ਕੀ ਹੁੰਦੀ ਆ, ਲੋ ਟੈਂਸ਼ਨ ਵਾਇਰ, ਸਾਰਾ ਕੁਝ ਆਲਰੇਡੀ ਕਰ ਚੁੱਕੇ ਹਾਂ। ਹੁਣ ਆਪਾਂ ਨੈਕਸਟ ਲੈਕਚਰ ਦੇ ਵਿੱਚ ਸਟਾਰਟ ਕਰਨਾ ਆ ਕੁਛ ਆਪਣੀਆਂ ਗੇਜਿਸ, ਜਿਸ ਤਰ੍ਹਾਂ ਸਪੀਡੋਮੀਟਰ, ਐਮੀਟਰ, ਠੀਕ ਹੈ, ਤੁਹਾਡਾ ਫਿਊਲ ਗੇਜ, ਉਹ ਗੇਜ ਕਿਹੜੀਆਂ ਹੁੰਦੀਆਂ, ਕਿਸ ਤਰ੍ਹਾਂ ਕੰਮ ਕਰਦੀਆਂ, ਨੈਕਸਟ ਲੈਕਚਰ 'ਚ ਆਪਾਂ ਉਹ ਸਟਾਰਟ ਕਰਾਂਗੇ। ਅਗਰ ਹੁਣ ਕਿਸੇ ਦਾ ਸਟੂਡੈਂਟ ਦਾ ਡਾਊਟ ਹੈਗਾ ਆ ਤਾਂ ਮੈਨੂੰ ਮੈਸੇਜ ਕਰਕੇ ਪੁੱਛ ਲਵੇ ਉਹ। ਠੀਕ ਹੈ।
ਹਾਂਜੀ ਜਸੀਮ, ਮੈਸੇਜ ਕਰ ਦਿਓ ਬੇਟਾ ਮੈਨੂੰ, ਤੇ ਅਗਰ ਨਹੀਂ ਤਾਂ ਮੈਨੂੰ WhatsApp ਤੇ ਇੱਕ ਵਾਰ ਉਹ ਕਰ ਦੇ, ਵੌਇਸ ਮੈਸੇਜ ਕਰ ਦੀ। ਹੋਰ ਵੀ ਕਿਸੇ ਸਟੂਡੈਂਟ ਦਾ ਡਾਊਟ ਹੋਇਆ ਤਾਂ ਮੈਨੂੰ ਮੈਸੇਜ ਕਰਕੇ ਪੁੱਛ ਲਵੇ, ਠੀਕ ਹੈ। ਫਿਲਹਾਲ ਦੇ ਲਈ ਮੀਟਿੰਗ ਮੈਂ ਐਂਡ ਕਰਨ ਲੱਗਾ ਹਾਂ, ਤੇ ਕੱਲ ਮੈਂ ਦੂਸਰੇ ਸਿਸਟਮ ਤੇ ਲਗਾਵਾਂਗਾ ਲੈਕਚਰ, ਉਹਦੇ ਵਿੱਚ ਤੁਹਾਡੀ ਫਿਰ ਅੱਜ ਵਾਲੀ ਵੀ ਕੁਐਰੀਜ਼ ਲੈ ਲਾਂਗਾ, ਠੀਕ ਹੈ। ਸੋ ਆਪਣਾ ਨੋਟ ਡਾਊਨ ਕਰ ਲਿਓ, ਅਗਰ ਕਿਸੇ ਦਾ ਕੋਈ ਡਾਊਟ ਹੈਗਾ ਮੈਂ ਕੱਲ ਸਾਰੇ ਡਾਊਟਸ ਤੁਹਾਡੇ ਲੈ ਲਾਂਗਾ, ਠੀਕ ਹੈ ਜੀ। ਚਲੋ ਬੇਟਾ ਲੀਵ ਕਰ ਦਿਓ, ਤੇ ਨੈਕਸਟ ਲੈਕਚਰ ਤੁਹਾਡਾ ਸੁਧਾਂਸ਼ੂ ਸਰ ਦਾ 11:45 ਤੇ ਲੱਗੇਗਾ ਸ਼ਾਇਦ, ਠੀਕ ਹੈ। ਤੁਹਾਨੂੰ ਮੈਸੇਜ ਆ ਅਟੈਂਡੈਂਸ ਸਰ ਹੁਣ ਅਟੈਂਡੈਂਸ ਭੇਜਣੀ ਹੈ ਗਰੁੱਪ 'ਚ ਕਿ ਨਹੀਂ?